साधु बलिहारे सतगुर पूरा साहु है फिर भवन जग किसदा वणजारा रतन पदार्थ दे सुमार पाओ भगत लख भरे भंडारा पारजात लख बाग विच काम खेल दे वग हजारा लखमियाँ लख बोलियाँ पारस वेद पर्वत अपारा लख अमृत लख इंद्र होए सके छिड़कन दरबारा राग लख रिद्ध सिद्ध निध मोहल अंबारा सब वंड वंड दिते होन पाओ भगत कर सच प्यारा भगत वत्सल सतगुर निरंकारा भगत वत्सल सतगुर निरंकारा तुमरे गुण क्या कहा मेरे सतगुरा जब गुर बोले तब विषम होए जाए हम जैसे अपराधी अगर कोई रखे जैसे सतगुर हम रात लिए छड़ाए तुम गुर पिता तुम है गुर पाता तुम गुर बंधक मेरा सखा सखाय जो हमारी विध होती मेरे सतगुरा साबित तुम हर जानो आपे हम रुलते फिरते कोई बात न पूछता गुर सतगुर संग किरे हम थापे धन धन गुरु नानक जन तेरा जित मिलिया चुके सब शोक संतापे धन धन गुरु नानक जन तेरा जित मिलिया चुके सब सोग संतापे बेसुमार अथाह अगंत अतुल्य
ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ। ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਦਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਦਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਪੂਜਾ। ਮਾਤ ਗਰਭ ਮਹਿ ਆਪਨ ਸਿਮਰਨ ਦੇ। ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ। ਤਾਰੋ ਤਾਰਨ ਹਾਰੇ। ਮਾਤ ਗਰਭ ਮਹਿ ਆਪਨ ਸਿਮਰਨ ਦੇ। ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ। ਤਾਰੋ ਤਾਰਨ ਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਦਸਾਹੀਨ ਪਾਤਸ਼ਾਹ ਜੀ ਜਾਗਦੀ ਜੋਤ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਜੋ ਪਰਸੋਂ ਰੋਜ਼ ਤੋਂ ਅੰਮ੍ਰਿਤ ਬਾਣੀ ਭੁਰ ਕੀ ਬਾਣੀ ਇਲਾਹੀ ਬਾਣੀ ਦੇ ਸ਼੍ਰੀ ਅਖੰਡ ਪ੍ਰਵਾਹ ਚੱਲ ਰਹੇ ਹਨ, ਜਿਨ੍ਹਾਂ ਦੇ ਅੱਜ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਭੋਗ ਪਏ ਹਨ। ਸੋ ਸ਼੍ਰੀ ਅਖੰਡ ਪਾਠ ਸਾਹਿਬ ਸਵੇਰ ਜਪਜੀ ਸਾਹਿਬ ਜੀ ਦੇ ਭੋਗ ਦੇ ਉਪਰੰਤ ਸਤਿਗੁਰੂ ਗਰੀਬ ਨਵਾਜ ਜੀ ਨੇ ਜੋ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹੈ ਔਰ ਰੱਬ ਜਿਹੜੇ ਵੀ ਗੁਰੂ ਕੇ ਪਿਆਰਿਓ ਇਹੀ ਮੁਖਵਾਕ ਸਤਿਗੁਰਾਂ ਨੇ ਬਖਸ਼ੇ ਹਨ। ਸ਼੍ਰੀ ਅਖੰਡ ਪਾਠ ਸਾਹਿਬ ਜਿਸ ਵੇਲੇ ਪ੍ਰਾਰੰਭ ਕੀਤੇ ਗਏ, ਪ੍ਰਾਰੰਭ ਵੇਲੇ ਵੀ ਸਤਿਗੁਰੂ ਜੀ ਦਾ ਇਹੀ ਸ਼੍ਰੀ ਮੁਖਵਾਕ ਅਤੇ ਭੋਗ ਵੇਲੇ ਵੀ ਸਤਿਗੁਰੂ ਜੀ ਨੇ ਇਹੀ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹੈ। ਸੋਰਠ ਰਾਗਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੁਰ ਤਾਲ ਦੇ ਦੂਜੇ ਘਰ ਦੇ ਵਿੱਚ ਇਹ ਪਾਵਨ ਸ਼੍ਰੀ ਮੁਖਵਾਕ, ਇਹ ਪਾਵਨ ਸ਼ਬਦ ਜਿਸ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਜੀਵ ਨੂੰ ਬੇਨਤੀ ਕਰਨ ਦੀ ਦਾਤ ਦੱਸਦੇ ਹੈ। ਨਾਲ ਹੀ ਤੇ ਜੀਵ ਪਰਮੇਸ਼ਰ ਨੂੰ ਸਭ ਕੁਝ ਦੇਣ ਵਾਲਾ, ਉਹਨੂੰ ਕੁਝ ਮਾਤਰ ਕਰਕੇ ਜਾਣਦਾ ਤੇ ਪਰਮੇਸ਼ਰ ਦੀ ਲਿਖੀਆਂ ਦਾਤਾਂ ਉਹਨਾਂ ਨੂੰ ਬਹੁਤ ਵੱਡੀਆਂ ਤੇ ਉਹਨਾਂ ਨੂੰ ਆਪਣੀਆਂ ਜਾਣ ਕਰਕੇ ਉਹਨਾਂ ਨਾਲ ਮੋਹ ਪਾਈ ਬੈਠਾ ਹੈ। ਜੋ ਆਪਣਾ ਹੈ
सारे भावों के निकल वाला जिन्हें सारे के पदार्थ सारी के दाता बख्शिश कीतियां उन्होंने बगाना समझा ਉਹਦਾ ਤਾਂ ਚੇਤਾ ਹੀ ਨਹੀਂ ਕਰਦਾ। ਧੰਨਵਾਦ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਵਿੱਚ ਕਿਰਪਾ ਕਰਕੇ ਕਰਮ ਕਰ ਰਹੇ ਹਨ। ਗੁਰੂ ਪਿਆਰਿਓ, ਇਹ ਅੰਮ੍ਰਿਤ ਬਾਣੀ ਔਰ ਕੀ ਬਾਣੀ ਜੋ ਇਸ ਪਾਵਨ ਬਾਣੀ ਦੇ ਨਾਲ ਜੁੜਿਆ ਉਹਦਾ ਪਾਰ ਉਤਾਰਾ ਹੋ ਗਿਆ। ਉਹ ਸੰਸਾਰ ਸਮੁੰਦਰ ਤੋਂ ਸੁਖਾਇਆ ਨਹੀਂ ਕਰ ਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਗਟ ਹੋ ਕਰਕੇ ਸੰਸਾਰ ਦੇ ਵਿੱਚ ਇਹ ਅੰਮ੍ਰਿਤ ਬਾਣੀ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ। ਇਹ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਇਹ ਰਤਨਾਂ ਦਾ ਪਦਾਰਥ ਸਮੁੰਦਰ ਜਿਸ ਵਿੱਚ ਸ਼ੁਭ ਗੁਣਾਂ ਦੇ ਰਤਨ ਹਨ। ਸਤ ਸੰਤੋਖ ਦਇਆ ਕਰਮ ਵਿਚਾਰ ਕਰੁਣਾ ਮੁਦਤਾ ਮੈਤਰੀ ਅਪੇਖਿਆ ਇਹ ਸ਼ੁਭ ਗੁਣ। ਸਤ ਬੋਲਣਾ, ਸੱਚ ਨਾਲ ਜੁੜਨਾ, ਸੰਤੋਖ ਧਾਰਨ ਕਰਨਾ, ਜਥਾ ਲਾਭ ਤਥਾ ਸੰਤੁਸ਼ਟ ਹੋਣਾ। ਜੋ ਪਰਮੇਸ਼ਰ ਵੱਲੋਂ ਮਿਲਿਆ ਸਾਡੇ ਕਰਮਾਂ ਦੇ ਅਨੁਸਾਰ ਉਸੇ ਦੇ ਵਿੱਚ ਖੁਸ਼ ਰਹਿਣਾ, ਇਹਦਾ ਨਾਮ ਸੰਤੋਖ ਹੈ। ਗੁਰੂ ਪਿਆਰਿਓ, ਬਿਨਾਂ ਸੰਤੋਖ ਤੋਂ ਕੋਈ ਵੀ ਨਹੀਂ ਰੱਜਦਾ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਪ੍ਰਭਾਵ ਹੈ। ਸਹਿਜ ਖੱਟੇ ਲੱਖ ਤੋਂ ਉਠਾਵੇ, ਕਿਰਤ ਨਾ ਆਵੇ ਮਾਇਆ ਪਰ ਛਪਾਵੇ। ਜੋ ਮਨੁੱਖ 100 ਰੁਪਇਆ ਦਿਹਾੜੀ ਕਮਾਉਂਦਾ ਹੈ, ਉਹ ਚਾਹੁੰਦਾ ਹੈ ਕਿ ਮੈਂ 1000 ਪ੍ਰਾਪਤ ਕਰਾਂ। 1000 ਰੁਪਇਆ ਪ੍ਰਾਪਤ ਹੋਵੇ ਹਰ ਰੋਜ਼। ਜੇ 1000 ਪ੍ਰਾਪਤ ਹੋਣ ਲੱਗ ਪਿਆ ਕਿ ਉੱਥੇ ਤ੍ਰਿਸ਼ਨਾ ਖਤਮ ਨਹੀਂ ਹੋ ਜਾਣੀ, ਸੰਤੋਖ ਨਹੀਂ ਪ੍ਰਾਪਤ ਹੋ ਜਾਣਾ। ਇਹਦੇ ਨਾਲ ਸਹਿਜ ਵਾਲਾ ਜਿਹੜਾ ਹਜ਼ਾਰਾਂ ਵਾਲਾ ਉਹ ਲੱਖਾਂ ਵਾਲੇ ਵੱਲ ਰਹਿੰਦਾ ਹੈ ਕਿ ਉਹਦੇ ਕੋਲ ਇੰਨੇ ਆਪਣੇ ਤੋਂ ਪਿਛਲੇ ਵਾਲੇ ਵੱਲ ਨਹੀਂ ਵੇਖਦੇ ਕਿ ਆਪਣੇ ਤੋਂ ਨੀਵੇਂ ਵੀ ਹਨ। ਮਾਇਆ ਪੱਖੋਂ ਉਹ ਕਿਵੇਂ ਜੀਵਨ ਬਤੀਤ ਕਰ ਰਹੇ ਤੇ ਸਾਨੂੰ ਕੀ ਕੁਝ ਪਰਮੇਸ਼ਰ ਨੇ ਬਖਸ਼ਿਆ। ਲੱਖਾਂ ਵਾਲੇ ਵੱਲ ਵੇਖ ਕੇ ਤ੍ਰਿਸ਼ਨਾ ਆ ਜਾਂਦੀ ਕਿ ਮੈਨੂੰ ਲੱਖਾਂ ਰੋਜ਼ ਪ੍ਰਾਪਤ ਹੋਣ। ਗੁਰੂ ਪ੍ਰੇਮੀਓ, ਇੱਥੇ ਨਹੀਂ ਰੁਕਦਾ। ਲੱਖਾਂ ਵਾਲਾ ਜਿਹੜਾ ਹੈ ਨਾ, ਉਹ ਚਾਹੁੰਦਾ ਮੈਨੂੰ ਕਰੋੜਾਂ ਪ੍ਰਾਪਤ ਹੋਣ। ਤੇ ਕਰੋੜਾਂ ਵਾਲੇ ਨੂੰ ਪੁੱਛ ਲਓ, ਉਹ ਕਹਿੰਦਾ ਨਹੀਂ, ਇਹਦੇ ਨਾਲ ਨਹੀਂ ਗੱਲ ਕਰਦੀ। ਭਾਵੇਂ ਕੁਝ ਘੰਟਿਆਂ ਦੇ ਵਿੱਚ ਕਰੋੜਾਂ ਪ੍ਰਾਪਤ ਹੋ ਜਾਂਦੇ ਆ, ਕਹਿੰਦਾ ਨਹੀਂ, ਮੈਨੂੰ ਅਜੇ ਹੋਰ ਚਾਹੀਦੇ ਆ। ਮੈਨੂੰ ਅਰਬਾਂ ਚਾਹੀਦੇ ਆ। ਮੈਂ ਤਾਂ ਲੁੱਟਿਆ ਗਿਆ, ਮੈਂ ਤਾਂ ਮਾਰਿਆ ਗਿਆ, ਮੈਨੂੰ ਘਾਟਾ ਪੈ ਗਿਆ। ਪੁੱਛ ਲਓ ਜਾ ਕੇ ਬਾਤ। ਆ ਕਹਿੰਦੇ ਆ ਨਾ ਅੰਬਾਨੀ ਅਡਾਨੀ ਕਹਿੰਦੇ ਘੰਟਿਆਂ ਦੇ ਕਿੰਨੇ ਕਰੋੜ ਕਮਾ ਰਹੇ ਆ, ਪਰ ਉਹਨਾਂ ਨੂੰ ਪੁੱਛ ਲਓ ਰਾਜੀਏ ਨਹੀਂ, ਕੋਈ ਨਹੀਂ ਦੱਸਦਾ। ਬੜਾ ਸੁੰਦਰ ਲਿਖਿਆ ਕਵੀ ਨੇ, ਕਹਿਣ ਲੱਗੇ ਜੋ 10 20 50 ਹੋਏ तो 7 होए 1000 लाख मंगेगी, कोट अरब खरब पृथ्वी पर होने की चाह जगेगी।
भूम आकाश को राज करो, कृष्ण अग की आग लगेगी। सुंदर एक संतोख बिना साध, तेरी तो भूख कदे न भगेगी। कहते जिन को 10, 50, 20, 50, 100 प्राप्त हो जाए, 1000 हजारों वाला, हजारों वाला लखन, लखों वाला करोड़ों, करोड़ों वाला अरबों, अरबों वाला खरबों से खरबों वाला करना तो सारी धरती का राज करना। धरती का राज करने वाले राजे पढ़ दो इतिहास नहीं रखे, सारी धरती के करके कब्जा ते समुंदर से जा तीर खिंचा, आतंकवाद मारने लगा सिकंदर समुंदर ने। उस कहते एक ब्राह्मण का वेद धारण करके कहना पिता के बाद एक कामना करी सारे जीव जंतु मर जाएंगे। तेनू दस की चाहिए, कहने लगा मैं राजा, बाकी मेरे अधीन आओ, मेरे टैक्स भर दे, तू ही भर। कहने लगा ठीक है, की चाहिए तेरे को हीरे जवाहरात मिलेगा और दे। समुद्र में कहते छाल मारी ते सारा किनारा हीरे जवाहरातां नाल लाला नाल भर गया। उस वे कहने लगा कि ये हुण कामाबादी जो कुछ वो बेड़ियां वटे सी सारा कुछ भर गया, जो कुछ साधन सन सारे भर के हुण कितना कितने पावा। फिर कहने लगा मैं पाने वास्ते भी जगह दे, तो वस्तु दे। कहते उन्होंने छोटी जी एक बेड़ी दी, जो जिन्ने उहदे पदार्थ पाए जान उन्नी वड्डी हो जाए, पर वजह वो नहीं। इतों पिछा मुड़ गया ना, पर रावण उन्हें तेना भवना से राज कर लिया, देवतिया बस कर लिया, पताल लोग कब्जे कर लिया। उन्होंने बोलो रज गया सी नहीं, आखिर कोई भी अपनी आशा अधूरी लैके चला गया। जिस वे चढ़ाई की मन की इच्छा सी कि मैं सोने दी पौड़ियां स्वर्गां में लगनियां, रोजाना जो चढ़ना उतरना सौखा हो जाए, एक इच्छा लैके चला गया। सो जो परमेश्वर वालों कर्मां के अनुसार मिल रहा है, ਉਹਦੇ ਵਿੱਚ संतोख धारण करता खुश रहता है, वो बड़ा सुखी है। सात संतोख दया सारे के ऊपर अपने तो छोटे के ऊपर तरस करना, दुखी रह करके उनके तरस करना, इसका नाम दया। और मदद करने वास्ते मन ने उत्साह होना, धर्म धारण करना जो गुरु साहब ने मार्ग दसिया। विचार धारण करनी, विचार मारा तरा तारा उल्ट जोन न आवे। विचार द्वारा ये मन नूं मारना, शुभ विचार दे नाल फिर ये संसार समुद्र तो आप भी कर जाता ते दूजियां नूं तारन दे समर्थ मिलदा है। जो सतगुरु जी ने विचार बख्शिश कीती है ना, इस विचार दे नाल जोड़ करके इस तरह करना, सारे की कृपा करनी, हमदर्दी सारे रखनी, मुद्दा दूजे वाल वेख करके खुश होना। गुरमुखा जीवन का की सुधार है, जेकर कोई तरक्की जा रहा तो उन्होंने वेख करके बड़े दुखी होंगे कि यही तरक्की हो रही है। जे कोई किसी का नुकसान होता तो वो वेख के हसते हैं, ये नहीं कि वो मदद करिए, जो कोई डिगा उठाइए नहीं, वो वेख के खुश होते हैं।
ਮਖੌਲ ਕਰਦੇ ਕਿ ਤੂੰ ਡਿੱਗ ਪਿਆ, ਪਰ ਮੁੱਦਤਾ ਇਹ ਵੇਖਣਾ ਕਿ ਜੇ ਪਰਮੇਸ਼ਰ ਨੇ ਇਹਨੂੰ ਇੰਨੇ ਗੁਣ ਬਖਸ਼ੇ ਆ ਜਾਂ ਇਹਨੂੰ ਧਨ ਬਖਸ਼ਿਆ ਹੈ, ਇਹ ਵਡਿਆਈਆਂ ਬਖਸ਼ੀਆਂ ਪਰਮੇਸ਼ਰ ਨੇ ਬਖਸ਼ੀਆਂ, ਬੜਾ ਬੇਅੰਤ ਪਰਮੇਸ਼ਰ ਹੈ, ਤੇ ਸੱਚੇ ਪਾਤਸ਼ਾਹ ਜੀ ਨੇ ਤੂੰ ਇਹਨੂੰ ਬਖਸ਼ੀਆਂ ਮੇਰੇ ਤੇ ਵੀ ਕਰ ਦੇ ਕਿਰਪਾ। ਪਰ ਦੂਜੇ ਨਾਲ ਵੇਖ ਕੇ ਦੁਖੀ ਨਾ ਹੋਣਾ, ਕਰਨਾ ਮੁੱਦਤਾ ਅਪੇਖਿਆ। ਕਿਸੇ ਦਾ ਜਿਹੜਾ ਔਗਣ ਹੈ ਉਹਨੂੰ ਵੇਖ ਕਰਕੇ ਡਰ ਜਾਣਾ। ਕਿਸੇ ਨੇ ਔਗਣ ਕੀਤਾ, ਕੋਈ ਆਪਣੀ ਬੇਅਦਬੀ ਕਰਦਾ ਹੈ, ਸਮਰੱਥਾ ਹੋਣੀ ਉਹਨੂੰ ਦੰਡ ਦੇਣ ਦੀ, ਪਰ ਛੱਡ ਦੇਣਾ ਚੱਲਦਾ। ਇਸ ਪ੍ਰਕਾਰ ਨਾਲ ਕਿਸੇ ਵਿੱਚ ਔਗਣ ਹੈ, ਸੁਧਾਰਨ ਦਾ ਯਤਨ ਕਰਨਾ ਨਹੀਂ, ਸੁਧਰਦਾ ਤੇ ਉਹ ਆਪਣੇ ਵੇਖ ਕੇ ਅੰਡੇਠ ਕਰ ਦੇਣਾ, ਮਨ ਨਹੀਂ ਕਰਨਾ। ਆਪੇ ਪਾਪ ਹੈ ਉਹਦੇ ਸਿਰ ਦੁੱਖ ਹੈ, ਉਹ ਭੋਗੂਗਾ ਸਾਨੂੰ ਵੀ। ਅਸੀਂ ਨੇ ਯਤਨ ਕੀਤਾ ਉਹਨੂੰ ਸਿੱਧੇ ਰਸਤੇ ਤੋਰੂਗਾ, ਨਹੀਂ ਤੁਰਿਆ ਤੇ ਅਸੀਂ ਆਪਣਾ ਸਮਾਂ ਕਿਉਂ ਖਰਾਬ ਕਰੀਏ। ਤੋ ਇਸ ਤਰ੍ਹਾਂ ਦੇ ਨਾਲ ਇਹ ਸ਼ੁਭ ਗੁਣ ਧਾਰਨ ਕਰਨੇ, ਖਿਮਾ ਧਾਰਨ ਕਰਨੀ। ਖਿਮਾ ਵੀ ਹੋਣੇ ਖੱਪ ਗਏ ਖੂਨ ਲੱਖ ਅਸੰਖ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਰਣਨ ਕੀਤਾ ਹੈ ਕਿ ਜੋ ਖਿਮਾ ਨਹੀਂ ਨਾ ਧਾਰਨ ਕਰਦੇ, ਉਹ ਲੱਖਾਂ ਹੀ ਥੋੜੀਆਂ। ਥੋੜੀ ਕਹਿੰਦੇ ਆ ਕਿ ਫੌਜ ਜਦੋਂ ਲੰਘਦੀ ਸੀ ਨਾ, ਫੌਜ ਦੀ ਗਿਣਤੀ ਕਰਨੀ ਕਿ ਇਹ ਕਿੰਨੀ ਹੈ, ਗਿਣਤੀ ਤੋਂ ਬਾਅਦ ਜਿਹੜੀ ਫੌਜ ਹੈ ਲੰਘਦਿਆਂ ਜੋ ਤਾਪਾਂ ਦੇ ਨਾਲ, ਪੈਰਾਂ ਦੇ ਨਾਲ, ਪੌੜਾਂ ਦੇ ਨਾਲ ਘੱਟਾ ਮਿੱਟੀ ਉੱਡ ਕਰਕੇ ਖੂਹ ਪੂਰਿਆ ਜਾਵੇ, ਉਹਨੂੰ ਕਹਿੰਦੇ ਖੂਨੀ। ਇੰਨੀ ਜ਼ਿਆਦਾ ਫੌਜ ਵਾਰਾ ਕਹਿੰਦੇ ਇਹ ਲੱਖਾਂ ਹੀ ਖੂਨੀਆਂ ਖੀਵਾਂ ਤੋਂ ਹੋਣੇ ਜਿਹੜੇ ਨਾਜ ਹੋ ਗਏ। ਇਸ ਕਰਕੇ ਖਿਮਾ ਧਾਰਨ ਕਰਨੀ। ਸੋ ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਸ ਪਾਵਨ ਸ਼ਬਦ ਦੇ ਵਿੱਚ ਜੋ ਸਿਧਾਂਤ ਬਖਸ਼ਿਸ਼ ਕਰ ਰਿਹਾ ਹੈ, ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਪ੍ਰੇਮ ਦੇ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਕਹਿ ਤੁਮ ਰਾਖਨ ਹਾਰੇ। ਵਾਹਿਗੁਰੂ ਜੀ ਦੇ ਧਿਆਨਾਂ ਵਿੱਚ ਇਹ ਬੇਨਤੀਆਂ ਕਰਨੀਆਂ ਹੈ। ਸੱਚੇ ਪਾਤਸ਼ਾਹ ਮਾਤਾ ਦੇ ਉਦਰ ਵਿੱਚ ਜਿੱਥੇ ਬਹੁਤ ਹੀ ਤੇਜ਼ ਜਟਰਾਗਨ ਹੈ, ਉਹਨਾਂ ਦਿਨਾਂ ਵਿੱਚ ਮਾਤਾ ਜੇ ਕੱਚੇ ਰੋੜ ਖਾ ਲਏ ਤਾਂ ਉਹ ਵੀ ਹਜਮ ਹੋ ਜਾਂਦੇ ਹਨ। ਇੰਨੀ ਤੇਜ਼ ਜਟਰਾਗਨ ਦੇ ਵਿੱਚ ਆਪਣਾ ਸਿਮਰਨ ਦੇ ਕਰਕੇ ਵੇਖੋ, ਫੁੱਲਾਂ ਦੇ ਨਾਲੋਂ ਕੋਮਲ ਸਰੀਰ, ਸੋ ਵਾਹਿਗੁਰੂ ਦਾ ਸਿਮਰਨ ਦਾ ਸਦਕਾ, ਪਰਮੇਸ਼ਰ ਦੇ ਸਿਮਰਨ ਦੇ ਪ੍ਰਤਾਪ ਦੇ ਨਾਲ ਉਸ ਜਟਰਾਗਨ ਦੇ ਵਿੱਚ ਇਹ ਰਹਿਣਾ ਕੀਤਾ। ਅੱਗ ਨੇ ਇਹਨੂੰ ਸਾੜਿਆ ਨਹੀਂ, ਇਹ ਸਿਮਰਨ ਦੀ ਬਰਕਤ ਹੈ। ਮਾਤਾ ਦੇ ਉਦਰ ਵਿੱਚ ਇਹ ਵਾਹਿਗੁਰੂ ਜੀ ਆਪ ਜੀ ਨੇ ਆਪਣਾ ਸਿਮਰਨ ਦੇ ਕਰਕੇ ਇਹ ਜੀਵ ਨੂੰ ਜੋ ਪਰਾਬਾਣੀ ਦੁਆਰਾ ਸਵਾਸ ਸਵਾਸ ਸਿਮਰਨ ਕਰ ਰਿਹਾ ਸੀ, ਜਿਸ ਦਾ ਸਦਕਾ ਕਹਿ ਤੁਮ ਰਾਖਨ ਹਾਰੇ, ਆਪ ਜੀ ਨੇ ਉੱਥੇ ਵੀ ਕਦੀ ਰੱਖਿਆ ਕੀਤੀ ਜੀਵ ਦੀ।
ਵੇਖੋ ਮਾਤਾ ਦੇ ਉਦਰ ਵਿੱਚ ਹੋਰ ਕੋਈ ਵੀ ਜਿੱਥਾ ਤੂੰ ਸਮਰੱਥ ਜਿੱਥਾ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਕੁਦਰ ਮਾਹੀ। ਵਾਹਿਗੁਰੂ ਜੀ ਆਪ ਜੀ ਉੱਥੇ ਵੀ ਰੱਖਣ ਨੂੰ ਸਮਰੱਥ ਹੋ ਜਿੱਥੇ ਹੋਰ ਕੋਈ ਵੀ ਨਹੀਂ ਪਹੁੰਚ ਸਕਦਾ। ਜੇ ਕੋਈ ਕਹੇ ਮੇਰੀ ਰੱਖਿਆ ਕਰਨੀ ਆ ਲੱਖਾਂ ਫੌਜਾਂ ਨੇ, ਮੇਰੇ ਕੋਲ ਇੰਨੇ ਬਾਡੀਗਾਰਡ ਹੈ, तो ऐने हजार फौज है, मेरे दरवाजे पे पहरे दे रहे हैं, पर नहीं भाई रक्षा करने वाला कोई परमेश्वर है। जिन्ना चਿਰ तक ओदी रक्षा है वो चाहता है, उन्ना चਿਰ तक तेरा इस संसार में वासा है। जदों ओदा हुक्म हो गया तो लखां फौजां ते बाडीगार्ड ते रह जाने पहले इतने रह जाने, पर जो पूछ का हुक्म आ गया तो चलना उसे किसी ने भी तेरी रक्षा नहीं कर सकती। इस करके अकाल पुरख वाहिगुरु जी के चरणों में बेनती करनी, वाहिगुरु जी जिवें आप जी ने माता के उदर विच अपना सिमरन दे करके रक्षा की है। पावक सागर अथाह लहर में तारो तारन हारे। एक पावक सागर आग का जो समुद्र है ना, आग का समुद्र प्रत्यक्ष समुद्र जिवें है ना, ਉਹਦੇ ਵਿੱਚ ਪਾਣੀ ਭਰਿਆ, ਸਾਰੇ ਪਾਣੀ ਪਾਣੀ ਕਹਿੰਦਾ ਕਿ ਉਹਦਾ ਥਾਂ ਨਹੀਂ ਹੁੰਦਾ। ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਹਨ ਜੋ ਵੱਡੇ ਵੱਡੇ ਜਹਾਜ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀਆਂ ਹਨ। समुद्र के खूंखार जानवर हैं, मच्छ मगरमच्छ आदि जो बंदे को सबूता नहीं देते खा देते हैं। समुद्र के विच घूमन घेरी है, समुद्र के गर्भ के विच आग है, आग जिसनू बड़वा नल क्या बड़वा नल आ बाकी अगों पानी पाउण नाल बुझ जांदियां, पर ਉਹਦੇ ਵਿੱਚ ਉਹ ਇੰਨੀ ਅੱਗ ਤੇਜ਼ है। भाई गुरदास साहिब जी ने लिखा कि 999 नदियां समुद्र ਵਿੱਚ ਪੈਂਦੀਆਂ, ਸਾਰੀਆਂ ਦਾ ਪਾਣੀ ਲਾ ਕੇ ਤੇ ਉਹ ਗਰਾੜ ਦੇ ਵਿੱਚ ਉਹ ਅੱਗ ਦੇ ਵਿੱਚ ਜਾ ਪੈਂਦਾ। ਅੱਗ ਇੰਨੀ ਤੇਜ਼ ਹੈ ਜਿਵੇਂ ਤੱਤੇ ਤਵੇ ਦੇ ਉੱਪਰ ਇੱਕ ਪਾਣੀ ਦੀ ਬੂੰਦ ਪਾ ਕੇ ਤੇ ਸੁੱਕ ਜਾਂਦੀ ਹੈ, ਸੜ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਉਹ ਸਾਰਾ 999 ਨਦੀਆਂ ਦਾ ਪਾਣੀ ਗਰਾੜ ਦੇ ਵਿੱਚ ਜਾ ਬੈਠ ਕੇ ਤੇ ਸੁੱਕ ਜਾਂਦਾ। समुद्र का तल उन्ना ही रहता, पानी पैण तो नदियों तो वधदा नहीं। इसे ही तरह ये जो संसार समुद्र है, इसमें सतगुरु जी ने पागल करके भी लिखा पावन बाणी में कि भै का जल है इस अथवा पदार्थों का जल है। जिवें समुद्र में पानी बड़ा उसका थां नहीं होता, इस तरह पदार्थों का मोह बहुत है, पदार्थ बहुत हैं का थां नहीं होता। प्रत्यक्ष समुद्र के लहरां हैं, इस कृष्णा दी लहरां बड़ियां बड़ियां उठियां चल रही हैं, जो जीवां के बेड़े अपनी लपेट में लै लैंदियां। इस समुद्र के विच संसार समुद्र के विच जिवें प्रत्यक्ष समुद्र विच मच्छ हैं, मगरमच्छ हैं,
इस विच काम क्रोध लोभ मोह आदि ਇਹ ਪ੍ਰਤਾਪੀ ਜਾਨਵਰ ਜੀਵਨ ਨੂੰ ਨਿਗਲ ਰਹੇ ਹਨ, ਖਾਈ ਜਾ ਰਹੇ ਆ, ਸਾਰਾ ਜੀਵਨ ਖਰਾਬ ਕਰ ਦਿੰਦੇ ਆ। ਇਸੇ ਤਰ੍ਹਾਂ ਬੜਵਾ ਨਾਲੇ ਦੇ ਵਿੱਚ ਕਿਹੜੀ ਹੈ? ਮਾਇਆ ਮੁਕਤੀ। जैसी आदर उदर में कैसी बाहर माया, माया अगर सबको यही करता खेल रचाया। जिवें माता के उदर विच अग्नि बड़ी प्रबल है ना, उस तरह संसार समुद्र दे विच माया रूपी अग्नि बड़ी प्रबल है। उत्थे तो जीव सास सास परमेश्वर का सिमरन करता सी तो बचिया रहा, पर इत्थे विचों गर्भ निकल आया खसम विसार गुणी चित लाया, आवे जाए को हत्या डूनी रहन न किसी खाए पया। जदों संसार दे विच जन्म लिया, लिव छुड़की लगी कृष्णा, माया अमृत पाया। फिर जीव की देव परमेश्वर जो लगी सी ना परागाणी द्वारा, जुबान नाल नहीं नाभि दे विच परागाणी द्वारा परमेश्वर का सिमरन कर रहा सी, देव लगी सी। पर जदों जन्म लिया तो इहदी देव छुट गई, छुट गई। जीव रोंदा है, बच्चा रोंदा जन्म लिया तो मां प्यो खुश होंदे आ, संबंधी बड़े खुश होंदे आ। ਉਹ ਤਾਂ ਰੋਂਦਾ ਹੈ ਕਿ ਮੈਂ ਕੋਈ ਸ਼ਾਹੂਕਾਰ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਿਆ ਸਾਂ, ਆਨੰਦ ਮਾਣ ਰਿਹਾ ਸਾਂ, ਮੈਨੂੰ ਵਿਛੋੜਾ ਪੈ ਗਿਆ, ਮੇਰੀ ਲਿਵ ਟੁੱਟ ਗਈ ਆ। ਪਰ ਮਾਂ ਪਿਓ ਬੜੇ ਖੁਸ਼ ਹੁੰਦੇ ਆ ਤੇ ਸੰਬੰਧੀ ਬੜੇ ਖੁਸ਼ ਹੁੰਦੇ ਆ ਕਿ ਬੱਚਾ ਜਨਮਿਆ, ਵਧਾਈਆਂ ਦਿੰਦੇ ਆ, ਹੱਸਦੇ ਆ, ਖੇਡਦੇ ਆ, ਲੜਾਉਂਦੇ ਆ। ਸਾਧਗਰੀ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਇਹ ਮਾਇਆ ਕਿਵੇਂ ਪ੍ਰਭਾਵ ਪਾਉਂਦੀ ਆ ਉਹ ਵੀ ਦੱਸਣਾ ਕੀਤਾ। ਪਹਿਲੇ ਪਿਆਰ ਲੱਗਾ ਖਾਣ ਦੁੱਧ, ਕਿ ਦੂਜਾ ਮਾਇਆ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਗ, ਚੌਥੇ ਪਿਆਰ ਪੰਨੀ ਖੇਡ, पंजवें साधकिया घर बार, शिवन काबल पूछा जात, तो इस प्रकार के नाल एक 10 अवस्था लिखन कीतियां माया के प्रभाव दियां। सब तो पहला जो माया प्रभाव पाउंदी है, जीव की लिव छुटती है, उधरों देव छुट करके माता के अस्थन के नाल दुध के नाल प्रेम लग जाता है। तो जब भुख लगती है, रोंदा है, मुंह में अस्थन आ जाता, चुप कर देता, होर कुछ नहीं पता। माया जो होर प्रभाव पाउंदी है कि इनू पता लग जाता, आ मेरी माता ते आ मेरा पिता। होर प्रभाव आता है भैया भरा भाभी भैन आदत इन्हों के संबंधियों का पता लग जाता। चौथे नंबर पे छोटा होंदा बच्चा खेडन के नाल प्रेम लग जाता। खेड इतनी प्यारी है कि मां आवाज मार के कह बेटा छक लै, खान आऊंगा नहीं तो भुखा ही खेडी जाता। तो इस तरह छेवीं अवस्था के विच छेवें कामना पूछा जात, पंजवें खान पीन की घाट,
ਪੰਜਵੀਂ ਅਵਸਥਾ ਦੇ ਵਿੱਚ ਇਹ ਖਾਣ ਪੀਣ ਦੇ ਨਾਲ ਬਹੁਤਾ ਪ੍ਰੇਮ ਕਰਦਾ। ਮੰਮੀ ਮੈਂ ਅੱਜ ਆਹ ਖਾਧਾ ਹੈ, ਕੱਲ ਨੂੰ ਮੈਨੂੰ ਆਹ ਬਣਾ ਕੇ ਦੇ, ਮੈਂ ਟੌਫੀ ਖਾਣੀ, ਮੈਂ ਦੂਜਾ ਬਰਗਰ ਖਾਣੀ ਤੇ ਆਦਤ ਅੱਜ ਦੇ ਜ਼ਮਾਨੇ ਦੇ। ਸੋ ਖਾਣ ਪੀਣ ਦਾ ਬੜਾ ਧਿਆਨ ਲੱਗ ਜਾਂਦਾ ਹੈ, ਖਾਣ ਪੀਣ ਨਾਲ ਬੜਾ ਪ੍ਰੇਮ ਲੱਗਦਾ। ਤੇ ਸਾਰੀ ਮਾਇਆ ਪ੍ਰਭਾਵ ਥੋੜਾ ਜਿਹਾ ਹੋਰ ਵੱਡਾ ਹੁੰਦਾ ਹੈ ਕਿ ਕਾਮ ਪ੍ਰਭਾਵ ਪਾਉਂਦਾ, ਮਾਇਆ ਪ੍ਰਭਾਵ ਪਾਉਂਦੀ, ਕਾਮ ਜਿਹੜਾ ਹੈ ਉਹ ਤੇ ਪ੍ਰਬਲ ਹੋ ਜਾਂਦਾ ਹੈ। ਕਾਮ ਦੇ ਅਧੀਨ ਹੋ ਕਰਕੇ ਨਾ ਜਾਤੀ ਵੇਂਦਾ ਨਾ ਪ੍ਰਜਾਤੀ ਵੇਂਦਾ, ਛੋਟੀ ਵੱਡੀ ਜਾਤ ਜਾਂ ਵੱਡੀ ਛੋਟੀ ਉਮਰ ਕੁਝ ਨਹੀਂ ਵੇਖਦਾ ਤੇ ਕਾਮ ਦੇ ਅਧੀਨ ਹੋ ਜਾਂਦਾ ਹੈ। ਬਾਪ ਨੇ ਦੇਖਿਆ ਕਿ ਇਹ ਗਲਤ ਰਸਤੇ ਨਾਲ ਤੁਰ ਪਏ ਤੇ ਵਿਆਹ ਕਰ ਦਿੱਤਾ। ਸਦਵੀ ਅਵਸਥਾ ਵਿੱਚ ਸਾਂਝ ਕੀਆ ਘਰ ਬਾਰ, ਸੋ ਹੁਣ ਘਰ ਵਾਲਾ ਬਣ ਗਿਆ, ਘਰ ਵਾਲੀ ਦੇ ਆਖੇ ਲੱਗਦਾ, ਪੁੱਤਰਾਂ ਨਾਲ ਮੋਹ ਪੈ ਗਿਆ, ਬਾਹਰੋਂ ਇਕੱਠਾ ਕਰ ਕਰਕੇ ਲਿਆ ਕੇ ਤੋ ਬਹੁਤ ਪ੍ਰਪੰਚ ਕਰ ਧਨ ਲਿਆਵੇ, ਸੋਤਦਾਰਾ ਪਹਿ ਆਨ ਲਟਾਵੇ, ਮਨ ਮੇਰੇ ਭੁੱਲੇ ਕਪਨਾ ਕੀਜੈ, ਅੰਦਰ ਮੇਰਾ ਤੇਰੇ ਜੀ ਪੈਣ ਕੀਜੈ। ਬਾਹਰੋਂ ਇਕੱਠਾ ਕਰਕੇ ਲੰਗਾ ਲਾਲਚ ਕਰਕੇ ਵੜ ਛੜ ਫੇਰ ਕਰਕੇ ਲਿਆ ਕੇ ਇਸਤਰੀ ਪੁੱਤਰਾਂ ਨੂੰ ਦਿੰਦਾ। ਸੋ ਆਠਵੀਂ ਅਵਸਥਾ ਦੇ ਵਿੱਚ ਜਦੋਂ ਹੋਰ ਵੱਡਾ ਹੋਗਾ, ਧੀਆਂ ਪੁੱਤਰ ਵੱਡੇ ਹੋ ਗਏ, ਧੀਆਂ ਪੋਤਾ ਖੇਡ ਲੱਗਦੇ ਹੋਣਾ, ਜਿਨ੍ਹਾਂ ਦੇ ਵਾਸਤੇ ਸਾਰੀ ਉਮਰ ਲਾ ਦਿੱਤੀ, ਗਧਾ ਬਣ ਕੇ ਜਿਵੇਂ ਮਾਲਕ ਦਾ ਜਿਹੜੀਆਂ ਛਟਾਂ ਧੋਦਾ ਨਾ ਗਧਾ, ਇਸ ਤਰ੍ਹਾਂ ਇਹਨਾਂ ਮਾਲਕਾਂ ਇਹਨਾਂ ਨੂੰ ਮਾਲਕ ਸਮਝ ਕੇ ਇਹਨਾਂ ਵਾਸਤੇ ਹੀ ਸਭ ਕੁਝ ਕਰਦਾ ਰਿਹਾ। ਗੁਰੂ ਦੇ ਤਰਫਾਏ, ਪਰਮੇਸ਼ਰ ਦੇ ਤਰਫਾਏ ਕੋਈ ਸੇਵਾ ਨਹੀਂ ਕੀਤੀ, ਕੋਈ ਸਿਮਰਨ ਨਹੀਂ ਕੀਤਾ, ਤਾਂ ਹੁਣ ਜਾਂ ਪੁੱਤਰ ਆਖੇ ਨਹੀਂ ਲੱਗਦੇ, ਬੜਾ ਗੁੱਸੇ ਹੋਇਆ, ਕ੍ਰੋਧ ਦੇ ਨਾਲ ਸੜਦਾ। ਅਗਵਨ ਕ੍ਰੋਧ ਹੋਆ ਤਨ ਨਾਸ, ਕ੍ਰੋਧ ਦੇ ਨਾਲ ਆਪਣੇ ਸਰੀਰ ਨੂੰ ਸੜਦਾ। ਨਾਮੈ ਕੌਲੇ ਕੁੰਭੇ ਸਾਹ, ਹੁਣ ਮੰਜੀ ਕੋ ਆ ਗਿਆ, ਸਵਾਸ ਜਿਹੜੇ ਆ ਲੰਬੇ ਲੰਬੇ ਹੋਣ ਲੱਗ ਪਏ, ਕੇਸ ਟੁੱਟੇ ਹੋ ਗਏ ਆ, ਚਾਰ ਰਹਿੰਦਾ ਮੰਜੀ ਤੇ ਹੁਣ ਅਖੀਰਲੀ ਅਵਸਥਾ ਜਿਹੜੀ ਆ, 10ਵੇਂ ਦੱਦਾ ਹੋਆ ਸਵਾਹ, ਸਰੀਰ ਛੁੱਟ ਗਿਆ, ਹੰਸ ਉਡਾਰੀ ਮਾਰ ਗਿਆ, ਦੱਦਾ ਵਧੀਆ ਦੇ ਇਕੱਠੇ ਹੋ ਕੇ ਸਾਗ ਸਵਾਹ ਬਣ ਗਿਆ। ਕੌਣ ਸੀ, ਕਿੱਥੇ ਸੀ, ਕਿਹੜਾ ਸੀ, ਮੋਟੇ ਕੋਈ ਨਾ ਜਾਣੂ। ਇਸ ਪ੍ਰਕਾਰ ਦੀ ਇਹ ਸਰੀਰ ਦੀ ਹਾਲਤ ਹੈ, ਇਹ ਮਾਇਆ ਦੇ ਪ੍ਰਭਾਵ ਵਿੱਚ ਚੱਲਣ ਦੀ ਇਹ ਜੀਵ ਦੀ ਅਵਸਥਾ ਇਸ ਤਰ੍ਹਾਂ ਦੀ ਹੈ। ਆਦਿ ਸੱਚੇ ਪਾਤਸ਼ਾਹ ਬੇਨਤੀ ਹੈ, ਜਿਸ ਪ੍ਰਕਾਰ ਆਪ ਜੀ ਨੇ ਮਾਤਾ ਦੇ ਉਦਰ ਦੇ ਵਿੱਚ ਜਠਰਾਗਰ ਤੋਂ ਬਚਾ ਕੇ ਰੱਖਿਆ ਨਾ, ਉਸੇ ਤਰ੍ਹਾਂ ਇਹ ਜੋ ਸੰਸਾਰ ਇੱਕ ਅੱਗ ਦਾ ਹੀ ਸਮੁੰਦਰ ਦਾਨੋ, ਪਾਣੀ ਦਾ ਹੀ ਅੱਗ ਦਾ ਹੀ ਸਮੁੰਦਰ ਆ। ਇਸ ਚਾਰ ਨਦੀਆਂ ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਔਰ ਇਹ ਦਜੇ ਨਾਨਕਾ ਕਰੀਏ ਕਰਮੀ ਲੱਗ। ਹੰਸ ਹਿੰਸਾ ਕਰਨੀ, ਹੇਤ ਮੋਹ ਕਰਨਾ, ਲੋਭ ਲੋਭ ਦੇ ਅਧੀਨ ਹੋਣਾ, ਕੋਪ ਕ੍ਰੋਧੀ ਹੋਣਾ, ਇਹ ਚਾਰ ਨਦੀਆਂ ਅੱਗ ਦੀਆਂ ਰਹਿ ਗਈਆਂ ਜਾਣੋ। ਪਵੇ ਦਜੇ ਨਾਨਕਾ, ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮਾਉਂਦੇ ਦੇ ਵਿੱਚ ਤੈਅ ਕਰਕੇ ਸਾਰੇ ਹੀ ਸੜਦੇ ਆ, ਅਗਿਆਨੀ ਅੰਨੇ ਲੋਕ।
ਜਿਨ੍ਹਾਂ ਨੂੰ ਸੋਝੀ ਨਹੀਂ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਗਿਆਨ ਤੇ ਵਿਵੇਕ ਦੇ ਵੈਰਾਗ ਦੇ ਨੇਤਰ ਵੀ ਬਖਸ਼ਿਸ਼ ਕੀਤੇ। ਅਥਵਾ ਬਾਰੂਦੀ ਰੂਪ ਅੱਖਾਂ ਦੇ ਵਿੱਚ ਜਿਨ੍ਹਾਂ ਦੇ ਵਿਵੇਕ ਤੇ ਵਿਚਾਰ, ਵਿਵੇਕ ਤੇ ਵਿਰਾਗ ਦੀ ਜਿਨ੍ਹਾਂ ਤੋਂ ਨਿਗਾਹ ਨਹੀਂ ਹੈ, ਉਹ ਸਾਰੇ ਜੀ ਇਹਨਾਂ ਦੇ ਵਿੱਚ ਪੈ ਕਰਕੇ ਸੜ ਰਹੇ ਹਨ, ਤੁਰਲਾ ਰਹੇ, ਵਿੜਕ ਰਹੇ ਹਨ। ਗਰੀਬਵਾਰ ਆਪ ਜੀ ਦੇ ਚਰਨਾਂ ਕਮਲਾਂ ਦੀ ਬੇਨਤੀ ਹੈ, ਪਾਵਕ ਸਾਗਰ ਅਥਾਹ ਲਹਿਰ ਹੈ। ਇਹ ਜੋ ਆਦਰ ਦਾ ਸਮੁੰਦਰ, ਅਥਾਹ ਸਮੁੰਦਰ ਆ ਰਿਹਾ, ਇਹਦੀ ਲਹਿਰਾਂ ਬੜੀਆਂ ਉੱਚੀਆਂ। ਤਾਰੋ ਨਾਰੇ ਇਹ ਤਾਰਨਹਾਰ ਸੁਹਾਰ ਜੀ ਨੇ ਪਰਮੇਸ਼ਰ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਤਾਰ ਲਓ, ਇੱਥੋਂ ਬਚਾ ਲਓ, ਇਹ ਸਮੁੰਦਰ ਸੰਸਾਰ ਸਮੁੰਦਰ ਤੋਂ, ਆਗਰ ਦੇ ਸਮੁੰਦਰ ਤੋਂ ਸਾਨੂੰ ਰੱਖਿਆ ਕਰੋ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹ ਮਾਧੋ ਮਾਇਆ ਦੇ ਧੋ ਗਈ ਪਤੀ, ਮਾਇਆ ਦਾ ਪਤੀ ਆਸਰਾ ਹੁੰਦਾ ਨਾ ਇਸਤਰੀ ਦਾ, ਇਸ ਤਰ੍ਹਾਂ ਮਾਇਆ ਦਾ ਆਸਰਾ ਰੂਪ ਪਰਮੇਸ਼ਰ ਜਿਹਨੇ ਆਪਣੇ ਆਸਰੇ ਮਾਇਆ ਧਾਰਨ ਕੀਤੀ ਹੈ। ਤੇ ਮਾਧੋ ਜੀ ਕਿਰਪਾ ਕਰੋ, ਤੁਸੀਂ ਸਾਡੇ ਸਿਰ ਦੇ ਸ਼੍ਰੋਮਣੀ ਠਾਕੁਰ ਹੋ, ਮਾਲਕ ਹੋ ਸਾਡੇ, ਤੁਸੀਂ ਸਾਡੀ ਰੱਖਿਆ ਕਰਨ ਵਾਲੇ ਹੋ। ਇਹਾ ਉਹਾ ਤੁਹਾਰੋ ਢੋਰਾ, ਇੱਥੇ ਅਤੇ ਉੱਥੇ ਭਾਵ ਲੋਕ ਤੇ ਪਰਲੋਕ ਦੇ ਵਿੱਚ ਸਾਨੂੰ ਤੁਹਾਡਾ ਹੀ ਆਸਰਾ ਹੈ। ਰਾਓ ਕੀਤੇ ਕੋ ਮੇਰਾ ਸਮਾਨ, ਕਰਨਹਾਰ ਤ੍ਰਿਣ ਜਾਣੈ। ਇਹ ਗਰੀਬਵਾਦ ਤੁਹਾਡੇ ਆਸਰੇ ਹਾਂ, ਅਸੀਂ ਹੋਰ ਕਿਸੇ ਦਾ ਆਸਰਾ ਨਹੀਂ ਕੱਟਿਆ। ਇਸ ਤਰ੍ਹਾਂ ਦੀ ਸ਼ਰਾਬ ਦੇ ਕਰਕੇ ਸਤਿਗੁਰੂ ਅੱਗੇ ਦਰ ਬਤਾ ਰਹੇ ਹਨ। ਤੇ ਜੀਵ ਦੀ ਕੀ ਹਾਲਤ ਹੈ? ਕੀਤੇ ਕਹੋ ਜੋ ਰਚਨਹਾਰ ਪਰਮੇਸ਼ਰ ਨੇ ਇਹ ਰਚਨਾ ਦੇ ਰਚੀ ਹੈ ਨਾ, ਪੈਦਾ ਕੀਤੇ ਆ, ਇਹਨਾਂ ਨੂੰ ਮੇਰਾ ਸੰਬੰਧ ਹੈ। ਸਵੇਰ ਪਰਬਤ ਦੀ ਤਰ੍ਹਾਂ ਵੱਡੇ ਜੰਗਾਲ ਦੇ ਬਗਾਲ ਵੀ ਸਭ ਕੁਝ ਹੈ। ਤੇ ਧਾਰ ਰੋਕੜੀ ਹੀ ਸਭ ਕੁਝ ਹੈ, ਪਰ ਕਾਰਨ ਹਾਰ ਤ੍ਰਿਣ ਜਾਣੈ। ਜੋ ਸਾਰਿਆਂ ਨੂੰ ਕਰਨ ਵਾਲਾ ਹੈ, ਰਚਨਹਾਰਾ ਹੈ, ਉਸ ਨੂੰ ਤਾਂ ਤ੍ਰਿਣ ਤੱਕ ਦੀ ਤਰ੍ਹਾਂ ਹਵਾ ਜਾਂ ਤੁਛ ਜਿਹਾ ਜਾਣਦਾ ਹੈ। ਜਿਹਨੇ ਸਾਰੀ ਰਚਨਾ ਰਚੀ ਹੈ ਉਹਨੂੰ ਤਾਂ ਤੁਛ ਜਾਣਿਆ, ਛੋਟਾ ਜਾਣਿਆ। ਇਹ ਜੋ ਰਚਨਾ ਉਹਦੀ ਰਚੀ ਹੋਈ ਹੈ, ਉਹਨੂੰ ਪਦਾਰਥਾਂ ਨੂੰ, ਇਹ ਰਚਨਾ ਨੂੰ ਬਹੁਤ ਵੱਡੀ ਕਰਕੇ ਸਵੇਰ ਪਰਬਤ ਵਾਂਗ ਜੀਵ ਜਾਣਦਾ ਹੈ। ਤੂੰ ਦਾਤਾ ਮੰਗਣ ਕੋ ਸਗਲੀ, ਦਾਨ ਦੇਹ ਪ੍ਰਭ ਭਾਨੈ। ਇਹ ਗਰੀਬਵਾਰ ਆਪ ਜੀ का दाते हो दाते, और सारा संसार सारी सृष्टि आप जी के कोलों मंगण वाली है। आप जी दाता देंदे हो प्रभ भाने, जिन्हें ਤੁਹਾਨੂੰ ਪਾਉਂਦਾ ਹੈ, ਭਾਨੇ ਤੋਂ ਪਾਣਾ, ਪਾਣੇ ਤੋਂ ਹੁਕਮ, ਆਪਣੀ ਹੁਕਮ ਦੇ ਵਿੱਚ ਤੁਸੀਂ ਸਾਰਿਆਂ ਨੂੰ ਇਹ ਦਾਤਾਂ ਦੇ ਰਹੇ ਹੋ। ਜੀ ਜਿੰਨੇ ਵੀ ਜੀਵ ਆ ਸਾਰਿਆਂ ਨੂੰ ਆਪ ਜੀ ਦਿੰਦੇ ਹੋ। ਜ਼ਮੀਨ ਤੋਂ ਗਿਆ ਹੈ, ਸੁਬਾਦ ਤੋਂ ਗਿਆ ਹੈ, ਸਾਰਿਆਂ ਨੂੰ ਦਿੰਦੇ ਹੋ। ਜਾਨ ਵਿੱਚ, ਫਲ ਵਿੱਚ, ਕਾਲ ਵਿੱਚ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਹੋ। ਕੋਈ ਵੀ ਤੁਹਾਡੀ ਨਿਗਾਹ ਤੋਂ ਖਾਲੀ ਨਹੀਂ ਹੈ, ਸਾਰਿਆਂ ਨੂੰ ਰਿਜ਼ਕ ਬਖਸ਼ਿਸ਼ ਕਰ ਰਹੇ ਹੋ। ਗਰੀਬਵਾਦ ਸੱਚੇ ਪਾਤਸ਼ਾਹ आप जी दाते हो दाते, दान दे, दान बंदे नंगे को दान दो
ਜਿਹਦੇ ਨਾਲ ਪ੍ਰਭ ਭਾਲਿਆ ਹੈ। ਅਸੀਂ ਪ੍ਰਭੂ ਨੂੰ ਭਾਲ ਲਈਏ। ਹੁਣ ਗੁਰੂ ਕੇ ਪਿਆਰਿਓ ਇੱਥੇ ਖਿਆਲ ਕਰਿਓ, ਪ੍ਰਭੂ ਨੂੰ ਕੌਣ ਪਾਉਂਦਾ ਹੈ? ਕਿ ਬਹੁਤਾ ਪੜ੍ਹਾਈ ਕਰਨ ਵਾਲਾ ਪਾਉਂਦਾ ਪਰਮੇਸ਼ਰ ਨੂੰ, ਬਹੁਤਾ ਸਰੀਰ ਦੇ ਬਾਲ ਵਾਲਾ ਪਰਮੇਸ਼ਰ ਨੂੰ ਪਾਉਂਦਾ ਹੈ, ਬਹੁਤੀ ਜਿਹਨੇ ਸ਼ਕਤੀਆਂ ਰਿੱਧੀਆਂ ਸਿੱਧੀਆਂ ਇਕੱਠੀਆਂ ਕਰ ਲਈਆਂ ਕਿ ਉਹ ਪਰਮੇਸ਼ਰ ਨੂੰ ਪਾਉਂਦਾ, ਜਾਂ ਜਿਹਨੇ ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰ ਲਈ, ਕਾਰੂ ਬਾਦਸ਼ਾਹ ਜੈਸੇ ਕਾਰੂ ਬਾਦਸ਼ਾਹ ਵਰਗੇ, ਕਿ ਉਹ ਪਾਉਂਦੇ ਆ? ਨਹੀਂ। ਸਾਰੀ ਦੁਨੀਆ ਨੂੰ ਜਿੱਤਣ ਵਾਲਾ ਕਿ ਉਹ ਪਰਮੇਸ਼ਰ ਨੂੰ ਪਾਉਂਦਾ? ਨਹੀਂ ਭਾਈ। ਪਰਮੇਸ਼ਰ ਨੂੰ ਤਾਂ ਉਹ ਪਾਉਂਦੇ ਆ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ, ਪਰਮੇਸ਼ਰ ਦੇ ਪਹਾੜੇ ਨੂੰ ਟਿਕਾਉਂਦੇ ਆ। ਜੇ ਤੋ ਹੋਏ ਬਹਿ ਦਾਤਾਰ, ਇਸ ਦੇਨ ਹਾਰ ਜਾਣੇ ਦਾ ਵਾਰ। ਜੇ ਕੋਈ ਦਾਤਾ ਬਣ ਕੇ ਬਹਿ ਜਾਣਾ ਤੇ ਮੈਂ ਸਾਰੇ ਨੂੰ ਦਾਤਾ ਮੇਰੇ ਕੋਲ ਨਹੀਂ, ਮੈਂ ਇੰਨਾ ਦਾਨ ਦਿੱਤਾ ਖਾਣੇ ਨੂੰ, ਮੈਂ ਇੰਨਾ ਦਾਨ ਸ਼ੁਰੂ ਕਰ ਦਿੱਤਾ। ਪਿਆਰਿਓ, ਸਤਿਗੁਰੂ ਜੀ ਮਹਾਰਾਜ ਜੀ ਫਰਮਾਉਂਦੇ ਕਿ ਪਰਮੇਸ਼ਰ ਵਾਹਿਗੁਰੂ ਵਾਹਿਗੁਰੂ ਜੀ ਜਾਣਦੇ ਕਿ ਤਾਂ ਬੇਸਮਝ ਹੈ, ਇਹਨੂੰ ਪਤਾ ਹੀ ਨਹੀਂ ਹੈ ਕਿ ਦਾਤਨ ਕੌਣ ਦੇ ਰਿਹਾ। ਸੋ ਪਰਮੇਸ਼ਰ ਦੇ ਰਿਹਾ, ਉਹਦੇ ਦਿੱਤੇ ਦੇ ਵਿੱਚੋਂ ਥੋੜਾ ਬਹੁਤ ਕਿਸੇ ਨੂੰ ਵੰਡ ਕੇ ਤੇ ਕਹਿੰਦਾ ਗੁਰੂ ਦੇ ਵਿੱਚੋਂ ਵੰਡ ਕੇ ਕਹਿੰਦਾ ਕਿ ਮੈਂ ਦਾਤਾ, ਆਪਣੇ ਆਪ ਨੂੰ ਦਾਤਾ ਤਾਂ ਹੋਣ ਲੱਗ ਪਿਆ। ਆਪਣੇ ਇੱਕ ਦਾਤਾ ਪਰਮੇਸ਼ਰ ਹੈ, ਉਹ ਦਾਤਾ ਫਿਰ ਇਹੋ ਜਿਹਾ ਦੇ ਕੇ ਕੁਛ ਪਾਉਂਦਾ ਨਹੀਂ ਹੈ। ਸਾਰਿਆਂ ਨੂੰ ਜਿਹਨੂੰ ਦਾਤਾ ਦੇ ਰਿਹਾ ਹੈ, ਦੇਰ ਕਰਕੇ ਪਛਤਾਉਂਦਾ ਨਹੀਂ। ਬੰਦੇ ਦਾ ਸੁਭਾਅ ਹੈ, ਜੇ ਕੋਈ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਦੇ ਵੀ ਦਵੇ ਨਾ ਹੋ ਜਾਏ, ਮਨ ਦੀ ਇੱਛਾ ਨਾ ਕੇ ਦਿੰਦਾ ਕਿ ਮੇਰੇ ਵੀ ਇਹ ਫਲਾਣੇ ਕੰਮ ਆਵੇ, ਪਰ ਪਰਮੇਸ਼ਰ ਇਹੋ ਜਿਹਾ ਨਹੀਂ। ਵਾਹਿਗੁਰੂ ਨੂੰ ਵੱਡਾ ਦਾਤਾ ਤੇਲ ਨਾ ਕਮਾਏ, ਤੇਲ ਮਾਤਰ ਵੀ ਉਸ ਦਾਤੇ ਨੂੰ ਤਮਾ ਨਹੀਂ ਹੈ, ਇੱਛਾ ਨਹੀਂ ਹੈ ਕਿ ਮੈਂ ਤੈਨੂੰ ਆਹ ਚੀਜ਼ ਦੇ ਰਿਹਾ ਤੇ ਬਦਲੇ ਮੈਨੂੰ ਆ ਦੇ। ਨਹੀਂ ਭਾਈ, ਜੋ ਨਾਮ ਜਪ ਰਹੇ ਹਨ ਨਾ, ਨਾਮ ਜਪਣ ਵਾਸਤੇ ਸਤਿਗੁਰੂ ਜੀ ਸਾਨੂੰ ਹੁਕਮ ਕਰਦੇ ਹਨ। ਕਈ ਕਹਿੰਦੇ ਜੀ ਇਹਦਾ ਮਤਲਬ ਪਰਮੇਸ਼ਰ ਦੇ ਗੁਣ ਗਾਉਣਾ, ਪਰਮੇਸ਼ਰ ਖੁਸ਼ ਹੁੰਦਾ, ਇਹਦਾ ਮਤਲਬ ਪਰਮੇਸ਼ਰ ਪਛਾਣਦੀ ਹੈ ਤੇ ਪਛਾਣ ਕਰਨ ਦਾ ਜਿਵੇਂ ਤੋਂ ਨਹੀਂ। ਇਸ ਤਰ੍ਹਾਂ ਨਹੀਂ ਹੈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਜੀਵ ਮਿਲ ਕਰਕੇ ਪਰਮੇਸ਼ਰ ਦੇ ਗੁਣ ਗਾਉਣ ਲੱਗ ਪੈਣ ਤੇ ਉਹ ਜਿਹੜਾ ਹੈ ਉਹਨੂੰ ਵੱਡਾ ਨਹੀਂ ਹੋ ਜਾਣਾ। ਜੇ ਸਾਰੇ ਲੋਕ ਮਿਲ ਕਰਕੇ ਪਰਮੇਸ਼ਰ ਦੀ ਨਿੰਦਿਆ ਕਰਨ ਲੱਗ ਪੈਣ, ਬੰਦੇ ਬੜੇ ਭਰੋਲੇ ਨਾ, ਕਿਸੇ ਵੇਲੇ ਕੋਈ ਕਹਿੰਦੇ ਵੀ ਇਹ ਫਲਾਣਾ ਬੰਦਾ ਮਾੜਾ, ਕਿਸੇ ਸਮਾਜ ਸੁਸਾਇਟੀ ਚ ਬੈਠਿਆ ਕਹਿੰਦੇ ਕੋਈ ਕਿ ਇਹਦੇ ਕਾਹ ਉਗਣਾ ਤੇ ਉਸੇ ਬੜੇ ਉਹ ਆਦਮ ਮੂਲਾ ਹੋ ਜਾਂਦਾ, ਕੌਣ ਨੂੰ ਮਾੜਾ ਕਹਿਣ ਵਾਲਾ, ਕਿਉਂਕਿ ਨਿੰਦਿਆ ਤੋਂ ਭੁਲਾਉਂਦੇ ਨੇ। ਪਰ ਨਹੀਂ, ਸਾਰੀ ਦੁਨੀਆ ਮਿਲ ਕਰਕੇ ਪਰਮੇਸ਼ਰ ਦੀ ਨਿੰਦਿਆ ਕਰਨ ਲੱਗ ਪਏ ਕਿ ਉਹਦਾ ਕੁਝ ਘੱਟ ਨਹੀਂ ਜਾਂਦਾ। और एक प्रश्न आ गया कि सारे मिलकर उस्तत काम लग पैन, वध नहीं जाना, उन्हें बड़ा नहीं हो जाना। सारे मिलकर निंदा कर लग पैन, उन्हें घट नहीं जाना। तो फिर उस्तत करने का अर्थ की है? वाहिगुरू के गुण गाउण का लाभ की है? क्यों गुण गाने चाहिए? गुरु के प्यारे जेड़े गुण गाते हैं ना, परमेश्वर को तो कोई फर्क नहीं, पर ਉਹਦੀ ਜਿਸ ਤਰ੍ਹਾਂ ਦੀ ਬਿਰਤੀ ਨੂੰ ਉਹਦੇ ਅਨੁਸਾਰ ਫਲ ਮਿਲਣਾ। ਵਾਹਿਗੁਰੂ ਨੂੰ ਚੰਗਾ ਕਹਿਣ ਵਾਲੇ ਆਪ ਚੰਗੇ ਹੋ ਜਾਂਦੇ ਆ। ਵਾਹਿਗੁਰੂ ਦੇ ਗੁਣ ਗਾਉਣ ਵਾਲਿਆਂ ਦੇ ਦੁਨੀਆ ਗੁਣ ਗਾਉਣ ਲੱਗ ਪੈਂਦੀ ਆ। ਵਾਹਿਗੁਰੂ ਜੀ ਦੀ ਗੁਰੂ ਦੀ ਨਿੰਦਿਆ ਕਰਨ ਵਾਲੇ ਜਿਹੜੇ ਹਨ, ਉਹਨਾਂ ਨੂੰ ਨਰਕ ਨਹੀਂ, ਚਾਹੀਦੀ
ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਨਿੰਦਾ ਭਲੀ ਕਿਸਾ ਦੀ ਨਾਹੀ ਗੁਰ ਨਿੰਦਕ ਕੋ ਢੰਗਾ, ਹਰ ਹਰ ਕੰਪੈ ਨਰਕ ਜਮ ਸੁਣ ਨਿੰਦਕ ਢੰਗਾ। ਪਾਵਨ ਬਾਣੀ ਦਾ ਉਪਦੇਸ਼ ਹੈ ਨਾ, ਨਿੰਦਾ ਭਲੀ ਕਿਸੇ ਦੀ ਨਾਹੀ ਮਨ ਨੂੰ ਮੁਕਤ ਕਰਾਨਾ, ਮੋਹ ਕਾਲੇ ਚਿਰ ਨਿੰਦਤਾ ਨਰਕੇ ਘੋਰ ਪਵਾਨਾ। ਆਪ ਡੁੱਬੇ ਸਣ ਨਿੰਦਤਾ ਸਗਲੇ ਕੋਲ ਡੋਬਨ। ਨਿੰਦਿਆ ਕਰਨ ਵਾਲੇ ਆਪ ਡੁੱਬ ਜਾਂਦੇ, ਸਾਰੇ ਕੁਲਾਂ ਨੂੰ ਡੋਬ ਦਿੰਦੇ ਆ। ਨਿੰਦਿਆ ਕਰਨੀ ਤਾਂ ਕਿਸੇ ਦੀ ਵੀ ਚੰਗੀ ਨਹੀਂ, ਗੁਰੂ ਦੀ ਨਿੰਦਿਆ, ਪਰਮੇਸ਼ਰ ਦੀ ਨਿੰਦਿਆ। ਪਰਮੇਸ਼ਰ ਦੀ ਨਿੰਦਿਆ ਕਰਨ ਵਾਲੇ ਨੂੰ